ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਚੱਲ ਰਹੀ ਲੜੀਵਾਰ ਅਰਦਾਸ ਦੀ ਵਿਚਾਰ ਦੇ ਅੰਦਰ ਕੱਲ੍ਹ ਦਾ ਜੋ ਵਿਸ਼ਾ ਸੀ ਉਹ ਸੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਸ ਦੇ ਬਾਬਤ ਅਸੀਂ ਜੋ ਗੁਰਧਾਮ ਸਾਡੇ ਤੋਂ ਵਿਛੜੇ ਹਨ 47 ਵੇਲੇ ਜਾਂ ਉਸ ਤੋਂ ਬਾਅਦ, ਉਹਨਾਂ ਦੀ ਜਿੰਨੀ ਕੁ ਬੁੱਧ ਪਾਤਸ਼ਾਹ ਜੀ ਨੇ ਬਖਸ਼ੀ ਸੀ ਜਾਂ ਜਿੰਨੇ ਕੁ ਗੁਰਦੁਆਰਾ ਸਾਹਿਬਾਨਾਂ ਦਾ ਪਤਾ ਲੱਗਾ ਸੀ ਉਹਨਾਂ ਕੁ ਆਪ ਜੀ ਦੇ ਨਾਲ ਕੱਲ੍ਹ ਰਲ ਮਿਲ ਕਰਕੇ ਸਾਂਝਾ ਕੀਤਾ ਸੀ। ਹੋਰ ਵੀ ਅਨੇਕਾਂ ਗੁਰਦੁਆਰੇ ਗੁਰਧਾਮ ਹਨ ਜਿਨ੍ਹਾਂ ਦੇ ਬਾਰੇ ਜਾਣਕਾਰੀ ਨਹੀਂ ਅਤੇ ਉਹਨਾਂ ਦਾ ਵਰਣਨ ਕੱਲ੍ਹ ਨਹੀਂ ਹੋਇਆ। ਇਹ ਸਾਰਾ ਕੁਝ ਹੋਣ ਤੋਂ ਬਾਅਦ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਸਿੱਖ ਸੰਗਤਾਂ ਦੇ ਵਾਸਤੇ ਕਿ ਜਦੋਂ ਵੀ ਅਰਦਾਸ ਹੋਵੇ, ਚਾਹੇ ਸਵੇਰੇ ਹੋਵੇ, ਚਾਹੇ ਸ਼ਾਮ ਨੂੰ ਹੋਵੇ, ਚਾਹੇ ਦੁਪਹਿਰ ਨੂੰ, ਜਦੋਂ ਵੀ ਅਰਦਾਸ ਹੋਵੇ ਉਸ ਅਰਦਾਸ ਦੇ ਵਿੱਚ ਇਹ ਮੱਧ ਜ਼ਰੂਰ ਬੋਲਿਆ ਜਾਵੇ ਕਿ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਅਰਦਾਸ ਦੇ ਵਿੱਚ ਸਦੀਵ ਕਾਲ ਦੇ ਵਾਸਤੇ ਸਾਡੇ ਜੁੜਿਆ ਹੋਇਆ ਹੈ। ਅੱਜ ਦਾ ਜੋ ਵਿਸ਼ਾ ਹੈ, ਅਰਦਾਸ ਸਾਡੀ ਇੱਥੇ ਤੱਕ ਸੰਪੂਰਨ ਹੋਈ ਹੈ। ਉਸ ਤੋਂ ਬਾਅਦ ਚੱਲੇਗਾ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਉਸ ਦੀ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਇਸ ਵਿਸ਼ੇ 'ਤੇ ਰਲ ਮਿਲ ਕਰਕੇ ਵਿਚਾਰ ਕਰਨੀ ਹੈ ਕਿ ਅਰਦਾਸ ਕਰਨ ਦੀ ਮਰਿਆਦਾ ਕੀ ਹੈ। ਅਰਦਾਸ 'ਤੇ ਅਸੀਂ ਲਗਭਗ ਵਿਚਾਰ ਲਈ ਹੈ, ਪਰ ਅਰਦਾਸ ਕਰਨੀ ਕਿਵੇਂ ਹੈ, ਇਸ ਦਾ ਤਰੀਕਾ ਕੀ ਹੈ, ਪੰਥਕ ਮਰਿਆਦਾ ਕੀ ਹੈ, ਇਸ ਨੂੰ ਅੱਜ ਰਲ ਮਿਲ ਕਰਕੇ ਵਿਚਾਰਨਾ ਹੈ। ਅਰਦਾਸ ਦੇ ਵਿੱਚ ਜਦੋਂ ਅਸੀਂ ਖੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਸਾਵਧਾਨ ਹੋ ਕੇ ਖੜ੍ਹੀਏ। ਉਸ ਤੋਂ ਬਾਅਦ ਸਾਡੇ ਦੋਨੋਂ ਹੱਥ ਜੁੜੇ ਹੋਣ ਅਤੇ ਜਿਹੜਾ ਸਾਡਾ ਚਿੱਤ ਹੈ ਉਹ ਇਕਾਗਰ ਹੋਵੇ। ਇਹ ਕੇਵਲ ਗੱਲਾਂ ਦੇ ਨਾਲ ਹੀ ਨਹੀਂ, ਗੁਰਬਾਣੀ ਦੇ ਅੰਦਰ ਵੀ ਇਸ ਚੀਜ਼ ਦੇ ਸਾਡੇ ਵਾਸਤੇ ਸਿੱਖਿਆ ਹੈ, ਉਪਦੇਸ਼ ਹੈ ਕਿ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ, ਕਿ
ਜਦੋਂ ਅਰਦਾਸ ਕਰਨੀ ਹੈ ਆਪਣੇ ਇਸ਼ਟ ਦੇ ਅੱਗੇ, ਗੁਰੂ ਦੇ ਅੱਗੇ, ਪ੍ਰਮਾਤਮਾ ਦੇ ਅੱਗੇ, ਤੇ ਸਾਵਧਾਨ ਖੜਾ ਹੋ ਕੇ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਦੋਏ ਕਰ ਜੋਰ ਕਰੀ ਅਰਦਾਸ। ਸਾਡੇ ਦੋਨੋਂ ਹੱਥ ਵੀ ਜਿਹੜੇ ਹਨ ਉਹ ਅਰਦਾਸ ਵੇਲੇ ਜੁੜੇ ਹੋਣੇ ਚਾਹੀਦੇ ਹਨ। ਅਸੀਂ ਤੁਸੀਂ ਸਾਰੇ ਦਰਬਾਰ ਸਾਹਿਬ ਜਾਂਦੇ ਹਾਂ, ਅਤੇ ਜਦੋਂ ਦਰਬਾਰ ਸਾਹਿਬ ਅਰਦਾਸ ਦਾ ਸਮਾਂ ਹੁੰਦਾ ਹੈ, ਉਸ ਵੇਲੇ ਜਿੱਥੇ ਵੀ ਸੰਗਤ ਹੁੰਦੀ ਹੈ, ਜਿਹੜੇ ਸੇਵਾਦਾਰ ਹਨ ਉਹਨਾਂ ਨੂੰ ਉੱਥੇ ਹੀ ਰੋਕ ਦਿੰਦੇ ਹਨ। ਚਾਹੇ ਤੁਸੀਂ ਦਰਸ਼ਨ ਜੋੜੀ 'ਤੇ ਖੜ੍ਹੇ ਹੋ, ਚਾਹੇ ਪ੍ਰਕਰਮਾਂ ਦੇ ਵਿਚਕਾਰ ਖੜ੍ਹੇ ਹੋ, ਜਦੋਂ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾਈਦਾ ਹੈ, ਜਾਂ ਭਾਵੇਂ ਤੁਸੀਂ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਪਹੁੰਚ ਗਏ ਹੋ, ਅਤੇ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਉਸੇ ਵੇਲੇ ਸੇਵਾਦਾਰ ਜਿਹੜੇ ਹਨ ਉਹ ਉੱਥੇ ਰੋਕ ਦਿੰਦੇ ਹਨ ਕਿ ਤੁਸੀਂ ਇੱਥੇ ਹੀ ਖੜ੍ਹੇ ਹੋ ਜਾਓ, ਹੁਣ ਇਸ ਤੋਂ ਅਗਾਂਹ ਤੁਸੀਂ ਨਹੀਂ ਜਾਣਾ ਜਿੰਨਾ ਚਿਰ ਅਰਦਾਸ ਹੁੰਦੀ ਹੈ। ਉਸ ਦਾ ਭਾਵ ਹੀ ਇਹ ਹੁੰਦਾ ਹੈ ਕਿ ਅਸੀਂ ਸਾਵਧਾਨ ਹੋ ਕੇ ਦੋਨੋਂ ਹੱਥ ਜੋੜ ਕੇ ਖੜ੍ਹੇ ਹੋਣਾ ਹੈ। ਇੱਦਾਂ ਵੀ ਹੱਥ ਨਹੀਂ ਜੁੜਦੇ ਸਾਡੇ, ਇਹ ਹੱਥਾਂ ਨੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਜੋੜਨੇ ਚਾਹੀਦੇ ਹਨ। ਦਰਬਾਰ ਸਾਹਿਬ ਜਾ ਕੇ ਤੇ ਅਸੀਂ ਇਹਨਾਂ ਗੱਲਾਂ ਨੂੰ ਸਿੱਖ ਲੈਂਦੇ ਹਾਂ, ਕਿਉਂਕਿ ਸਾਡੀ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਹੀ ਉਹ ਹੈ। ਪਰ ਜਦੋਂ ਅਸੀਂ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਜਾਂਦੇ ਹਾਂ, ਲੋਕਲ ਗੁਰਦੁਆਰਾ ਸਾਹਿਬ ਕਹਿ ਲਓ, ਜਿੱਥੇ ਅਸੀਂ ਰਸਤੇ ਵਸਦੇ ਹਾਂ, ਜਦੋਂ ਉੱਥੇ ਜਾਂਦੇ ਹਾਂ, ਉੱਥੇ ਜਾ ਕੇ ਸਾਨੂੰ ਸਾਰੀਆਂ ਮਰਿਆਦਾਵਾਂ ਜਿਹੜੀਆਂ ਹਨ ਉਹ ਭੁੱਲ ਜਾਂਦੀਆਂ ਹਨ। ਬਹੁਤ ਵਾਰ ਤੁਸੀਂ ਵੀ ਦੇਖਦੇ ਹੋ, ਸਾਡਾ ਅਤੇ ਗੁਰੂ ਨੇ ਸਾਨੂੰ ਕੰਮ ਹੀ ਇਹ ਦਿੱਤਾ ਹੈ, ਜਾਂ ਸਾਡੀ ਰੋਜੀ ਰੋਟੀ ਇਹ ਬਣਾਈ ਹੈ ਕਿ ਅਸੀਂ ਨਿਤਾ ਪ੍ਰਤੀ ਅਰਦਾਸਾਂ ਹੀ ਸਾਰੀ ਦਿਹਾੜੀ ਕਰਨੀਆਂ ਹਨ। ਉਸ ਤੋਂ ਬਾਵਜੂਦ ਵੀ ਜਦੋਂ ਅਸੀਂ ਅਰਦਾਸ ਸੁਣਨੀ ਹੈ ਅਤੇ ਬਹੁਤੇ ਪ੍ਰਾਣੀ ਆ ਕੇ ਉਸੇ ਵੇਲੇ ਅਰਦਾਸ ਦੇ ਵਿੱਚ ਆ ਕੇ ਮੱਥਾ ਟੇਕਦੇ ਹਨ। ਅਤੇ ਜਦੋਂ ਅਸੀਂ ਗੁਰੂ ਘਰ ਆਉਂਦੇ ਵੀ ਹਾਂ, ਵੈਸੇ ਤਾਂ ਸਿਧਾਂਤ ਇਹ ਹੈ ਕਿ ਜਦੋਂ ਅਸੀਂ ਗੁਰੂ ਦਰਬਾਰ ਦੇ ਵਿੱਚ ਵੜੀਏ ਅਤੇ ਸਾਡੇ ਹੱਥ ਜੁੜੇ ਹੋਣੇ ਚਾਹੀਦੇ ਹਨ। ਅਰਦਾਸ ਭਾਵੇਂ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਜਦੋਂ ਅਸੀਂ ਗੁਰੂ ਘਰ ਦੇ ਦਰਵਾਜ਼ੇ ਦੇ ਅੰਦਰ ਦਾਖਲ ਹੋਏ ਅਤੇ ਸਾਡੇ ਹੱਥ ਉੱਥੋਂ ਹੀ ਜੁੜ ਜਾਣੇ ਚਾਹੀਦੇ ਹੈ। ਪਰ ਜਦੋਂ ਅਸੀਂ ਅਰਦਾਸ ਦੇ ਵਿੱਚ ਵੀ ਆਉਂਦੇ ਹਾਂ ਜਾਂ ਮੱਥਾ ਟੇਕਣ ਵੀ ਆਉਂਦੇ ਹਾਂ, ਅਤੇ ਅਸੀਂ ਬਾਹਾਂ ਹਿਲਾ ਹਿਲਾ ਕੇ ਤੁਰਦੇ ਹਾਂ, ਸਾਡੇ ਹੱਥ ਜੁੜੇ ਨਹੀਂ ਹੁੰਦੇ। ਅਤੇ ਕਈ ਅਰਦਾਸ ਦੇ ਵਿੱਚ ਵੀ ਜਿਹੜੇ ਹਨ ਉਹ ਸਾਵਧਾਨ ਹੋ ਕੇ ਨਹੀਂ ਖੜ੍ਹਦੇ। ਅਰਦਾਸ ਦੀ ਇੱਕ ਮਰਿਆਦਾ ਹੈ, ਇੱਕ ਤਰੀਕਾ ਹੈ, ਸਾਨੂੰ ਉਸ ਨੂੰ ਅਪਣਾਉਣਾ ਪਵੇਗਾ। ਚਾਹੇ ਅਸੀਂ ਨਿੱਜੀ ਅਰਦਾਸ ਕਰੀਏ ਅਤੇ ਚਾਹੇ ਜਮਾਤੀ ਤੌਰ 'ਤੇ ਸੰਗਤੀ ਰੂਪ ਦੇ ਵਿੱਚ ਅਰਦਾਸ ਕਰੀਏ। ਇਸ ਲਈ ਜਦੋਂ ਅਰਦਾਸ ਦੇ ਵਿੱਚ ਖੜ੍ਹੇ ਹੋਈਏ ਅਤੇ ਸਾਨੂੰ ਦੋਨੋਂ ਹੱਥ ਜੋੜ ਕੇ ਹੀ ਖੜ੍ਹੇ ਹੋਣਾ ਚਾਹੀਦਾ ਹੈ, ਸਾਵਧਾਨ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ, ਅਤੇ ਮਨ ਨੂੰ ਵੀ ਅਰਦਾਸ ਦੇ ਵਿੱਚ ਇਕਾਗਰ ਕਰਨਾ ਚਾਹੀਦਾ ਹੈ। ਮਨ ਨੂੰ ਇਕਾਗਰ ਕਰਨ ਵਾਸਤੇ, ਸਾਵਧਾਨ ਕਰਨ ਵਾਸਤੇ ਪਹਿਲਾਂ ਸਾਡੇ ਕੋਲ 7 ਵਾਰ ਲਗਭਗ ਵਾਹਿਗੁਰੂ ਬੁਲਾਇਆ ਜਾਂਦਾ ਹੈ। ਵਾਹਿਗੁਰੂ ਦਾ ਜੈਕਾਰਾ ਜਿਹੜਾ ਹੈ ਇਹ ਪਹਿਲਾਂ 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਸ ਤੋਂ ਬਾਅਦ ਆਉਂਦਾ ਹੈ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਫਿਰ ਆਉਂਦਾ ਹੈ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਫਿਰ 5 ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ। ਫਿਰ ਆਉਂਦਾ ਹੈ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਫਿਰ ਆਉਂਦਾ ਹੈ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇੰਨੀ ਵਾਰ ਸਾਡੇ ਕੋਲ ਵਾਰ-ਵਾਰ ਵਾਹਿਗੁਰੂ ਅੱਖਰ ਅਰਦਾਸ ਦੇ ਵਿੱਚ ਬੁਲਾਇਆ ਜਾਂਦਾ ਹੈ, ਤਾਂ ਜੋ ਸਾਡਾ ਧਿਆਨ ਹੈ ਉਹ ਇੱਧਰ ਉੱਧਰ ਭਟਕੇ ਨਾ, ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਰਹੇ ਅਤੇ ਸਾਡੀ ਜਿਹੜੀ ਅਰਦਾਸ ਹੈ ਉਹ ਗੁਰੂ ਦਰ ਦੇ ਉੱਤੇ ਪ੍ਰਵਾਨ ਹੋ ਜਾਵੇ। ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਪੈ ਕਰ ਬੇਨੰਤੀ, ਮਿਲੇ ਹਰ ਜਸ ਲਾਹਾ। ਜੇ ਸਾਡਾ ਮਨ, ਸਾਡਾ ਚਿੱਤ
ਇੱਕ ਥਾਂ ਦੇ ਉੱਤੇ ਸਥਿਰ ਰਹੇਗਾ, ਸਾਡੀ ਸੁਰਤ ਗੁਰੂ ਚਰਨਾਂ ਦੇ ਵਿੱਚ ਜੁੜੇਗੀ ਅਤੇ ਸਾਨੂੰ ਸੱਚੇ ਨਾਮ ਦਾ ਲਾਹਾ ਪ੍ਰਾਪਤ ਹੋਵੇਗਾ। ਅਤੇ ਜੇ ਅਸੀਂ ਅਰਦਾਸ ਦੇ ਵਿੱਚ ਖੜ੍ਹੇ ਹਾਂ ਅਤੇ ਅਰਦਾਸ ਦੇ ਵਿੱਚ ਖੜ੍ਹਿਆਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਿਆ, ਅਰਦਾਸ ਦੇ ਵਿੱਚ ਨਹੀਂ ਜੁੜਿਆ ਹੋਇਆ, ਅਤੇ ਫਿਰ ਉਹ ਜਿਹੜਾ ਸਾਡਾ ਅਰਦਾਸ ਦੇ ਵਿੱਚ ਖੜ੍ਹੇ ਹੋਣਾ ਹੈ ਉਹ ਵਿਅਰਥ ਹੈ। ਪਿੱਛੇ ਜਿਸ ਦਿਨ ਅਰਦਾਸ ਦੀ ਆਰੰਭਤਾ ਹੋਈ ਸੀ, ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚੋਂ ਇੱਕ ਸਾਖੀ ਸਾਂਝੀ ਕੀਤੀ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਾਜੀ ਅਤੇ ਮੌਕੇ ਦਾ ਜਿਹੜਾ ਰਾਜਾ ਸੀ ਉਹ ਨਮਾਜ਼ ਅਦਾ ਕਰਨ ਦੇ ਵਾਸਤੇ ਨਾਲ ਮਸਜਿਦ ਦੇ ਵਿੱਚ ਲੈ ਕੇ ਗਏ ਸਨ ਕਿ ਚਲੋ ਜੇ ਤੁਸੀਂ ਸਾਰੇ ਧਰਮਾਂ ਦੇ ਸਾਂਝੇ ਹੋ ਅਤੇ ਸਾਡੇ ਨਾਲ ਨਮਾਜ਼ ਅਦਾ ਕਰਨ ਜਾਓ ਮਸਜਿਦ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਜੀ ਚਲੇ ਗਏ, ਕਹਿੰਦੇ ਚਲੋ ਮੈਂ ਤਾਂ ਅਕਾਲ ਪੁਰਖ ਪਰਮਾਤਮਾ ਦਾ ਉਪਾਸ਼ਕ ਹੈ, ਚਾਹੇ ਉਸਨੂੰ ਅਕਾਲ ਕਹੋ, ਚਾਹੇ ਉਸਨੂੰ ਵਾਹਿਗੁਰੂ ਕਹੋ, ਚਾਹੇ ਖੁਦਾ ਕਹੋ, ਚਾਹੇ ਅੱਲਾ ਕਹੋ, ਚਾਹੇ ਰਾਮ ਕਹੋ, ਮੈਂ ਤਾਂ ਇੱਕ ਅਕਾਲ ਪੁਰਖ ਦਾ ਉਪਾਸ਼ਕ ਹਾਂ, ਮੈਂ ਕੇਵਲ ਇੱਕ ਓਂਕਾਰ ਨੂੰ ਮੰਨਣ ਵਾਲਾ ਹਾਂ। ਅਤੇ ਜਦੋਂ ਮਸਜਿਦ ਦੇ ਵਿੱਚ ਗਏ ਗੁਰੂ ਨਾਨਕ ਪਾਤਸ਼ਾਹ ਜੀ, ਰਾਜਾ ਵੀ ਅਤੇ ਕਾਜੀ ਵੀ ਇਹ ਸਾਰੇ ਨਮਾਜ਼ ਅਦਾ ਕਰਨ ਲੱਗ ਪਏ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਨੂੰ ਦੇਖ ਦੇਖ ਖੜ੍ਹੇ ਹਨ। ਨਮਾਜ਼ ਹੋਈ ਸੰਪੂਰਨ ਅਤੇ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਤਾਂ ਕਹਿੰਦੇ ਸੀ ਇਹ ਸਾਰਿਆਂ ਦੇ ਸਾਂਝੇ ਹਨ, ਖੁਦਾ ਸਭ ਦਾ ਸਾਂਝਾ ਹੈ, ਅਤੇ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਤਾਂ ਆਪ ਨਮਾਜ਼ ਪੜ੍ਹਨ ਵੇਲੇ ਇੱਥੇ ਨਹੀਂ ਸੀ, ਅਤੇ ਮੈਂ ਕਿਹਦੇ ਨਾਲ ਖੜ੍ਹੇ ਹੋ ਕੇ ਨਮਾਜ਼ ਪੜ੍ਹਨੀ ਸੀ? ਤੁਸੀਂ ਮੈਨੂੰ ਨਾਲ ਤਾਂ ਲੈ ਕੇ ਆਏ, ਪਰ ਨਮਾਜ਼ ਅਦਾ ਕਰਨ ਵੇਲੇ ਤੁਸੀਂ ਦੋਨੋਂ ਹੀ ਇੱਥੇ ਨਹੀਂ ਸੀ। ਕਾਜੀ ਵੀ ਕਵੇ, ਰਾਜਾ ਵੀ ਕਵੇ ਕਿ ਨਹੀਂ ਅਸੀਂ ਤਾਂ ਇੱਥੇ ਖੜ੍ਹੇ ਸੀ ਤੁਹਾਡੇ ਸਾਹਮਣੇ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਪਹਿਲਾਂ ਕਾਜੀ ਨੂੰ ਕਿਹਾ ਕਿ ਤੁਸੀਂ ਸਰੀਰ ਕਰਕੇ ਮੇਰੇ ਸਾਹਮਣੇ ਖੜ੍ਹੇ ਸੀ, ਪਰ ਧਿਆਨ ਤੁਹਾਡਾ ਆਪਣੇ ਘਰ ਦੇ ਵਿੱਚ ਨਵੀਂ ਸੂਈ ਗਾਂ ਦੇ ਵੱਲ ਸੀ ਕਿ ਉਸਦਾ ਜਿਹੜਾ ਬੱਚਾ ਹੈ ਉਹ ਕਿਤੇ ਖੂਹ ਦੇ ਵਿੱਚ ਨਾ ਡਿੱਗ ਜਾਵੇ। ਤੁਸੀਂ ਤਾਂ ਸਾਰੀ ਨਮਾਜ਼ ਜਿਹੜੀ ਹੈ ਉਹ ਗਾਂ ਦੇ ਬੱਚੇ ਨੂੰ ਬਚਾਉਣ ਦੇ ਵਿੱਚ ਕੱਢ ਦਿੱਤੀ, ਧਿਆਨ ਤਾਂ ਤੁਹਾਡਾ ਅਰਦਾਸ ਦੇ ਵਿੱਚ ਲੱਗਾ ਹੀ ਨਹੀਂ। ਅਤੇ ਰਾਜਾ ਕਹਿੰਦਾ ਮੈਂ ਤਾਂ ਇੱਥੇ ਸੀ ਜੀ, ਜੇ ਕਾਜੀ ਨਹੀਂ ਸੀ, ਜੇ ਕਾਜੀ ਦਾ ਮਨ ਇੱਥੇ ਨਹੀਂ ਲੱਗਾ ਅਤੇ ਮੈਂ ਤਾਂ ਇੱਥੇ ਖੜ੍ਹਾ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜੇ ਨੂੰ ਵੀ ਦੱਸਿਆ ਕਿ ਤੇਰਾ ਧਿਆਨ ਵੀ ਕਾਬਲ ਦੇ ਵਿੱਚ ਘੋੜੇ ਖਰੀਦਣ ਦੇ ਉੱਤੇ ਲੱਗਾ ਹੋਇਆ ਸੀ ਕਿ ਮੇਰੇ ਵਜ਼ੀਰ ਘੋੜੇ ਖਰੀਦਣ ਗਏ ਹਨ, ਕਿਤੇ ਮਾੜੇ ਘੋੜੇ ਨਾ ਲੈ ਆਉਣ, ਚੰਗੀ ਨਸਲ ਦੇ ਘੋੜੇ ਲੈ ਕੇ ਆਉਣ। ਅਤੇ ਪਾਤਸ਼ਾਹ ਜੀ ਨੇ ਕਿਹਾ ਤੂੰ ਤਾਂ ਸਾਰੀ ਨਮਾਜ਼ ਦੇ ਵਿੱਚ ਘੋੜੇ ਹੀ ਖਰੀਦਦਾ ਰਹਿ ਗਿਆ, ਤੂੰ ਨਮਾਜ਼ ਕਦੋਂ ਅਦਾ ਕੀਤੀ? ਇਹ ਗੱਲ ਸੁਣ ਕੇ ਦੋਨੋਂ ਸ਼ਰਮਿੰਦੇ ਹੋ ਗਏ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਉਪਦੇਸ਼ ਦ੍ਰਿੜ ਕਰਵਾਇਆ ਸੀ ਕਿ ਜਦੋਂ ਵੀ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਹੈ, ਚਾਹੇ ਸਿੱਖ ਬਣ ਕੇ, ਚਾਹੇ ਹਿੰਦੂ ਬਣ ਕੇ, ਚਾਹੇ ਮੁਸਲਮਾਨ ਬਣ ਕੇ, ਧਿਆਨ ਸਾਡਾ ਜਿਹੜਾ ਹੈ ਉਹ ਸਾਡੀ ਅਰਦਾਸ ਦੇ ਵਿੱਚ, ਸਾਡੀ ਬੇਨਤੀ, ਸਾਡੀ ਫਰਿਆਦ ਦੇ ਵਿੱਚ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਸਾਡਾ ਧਿਆਨ ਨਹੀਂ ਜੁੜੇਗਾ ਉਨਾ ਚਿਰ ਸਾਡੇ ਮਨ ਦੇ ਵਿੱਚੋਂ ਜਿਹੜੇ ਹਨ ਉਹ ਅਰਦਾਸ ਦੇ ਸ਼ਬਦ ਨਹੀਂ ਨਿਕਲਣਗੇ। ਆਖਰੀ ਤੌਰ 'ਤੇ ਭਾਵੇਂ ਅਸੀਂ ਸਾਰੇ ਬੋਲ ਦਈਏ, ਪਰ ਜੇ ਸਾਡਾ ਮਨ ਨਹੀਂ ਜੁੜਿਆ ਹੋਇਆ ਤਾਂ ਉਹ ਅਰਦਾਸ ਸਾਡੀ ਜਿਹੜੀ ਹੈ ਉਹ ਪ੍ਰਵਾਨ ਨਹੀਂ ਹੋਵੇਗੀ। ਅਰਦਾਸ ਜਿਹੜੀ ਹੈ ਉਹ ਕਰ ਕੋਈ ਵੀ ਸਕਦਾ ਹੈ, ਅਰਦਾਸ ਸਾਰਿਆਂ ਦੀ ਸਾਂਝੀ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ ਦੇ ਉੱਤੇ ਲਿਖੀ ਹੋਈ ਨਹੀਂ ਕਿ ਇਹੀ ਬੰਦਾ ਕੇਵਲ ਅਰਦਾਸ ਕਰ ਸਕਦਾ ਹੈ। ਅਰਦਾਸ ਕੋਈ ਵੀ ਕਰ ਸਕਦਾ ਹੈ। ਆਪਣੇ ਤੌਰ 'ਤੇ ਜੇ ਸੰਗਤੀ ਤੌਰ 'ਤੇ ਕਰਨੀ ਹੈ ਕਰ ਤਾਂ ਵੀ ਕੋਈ ਵੀ ਸਕਦਾ ਹੈ, ਪਰ ਜਿਹੜੀ ਗੁਰੂ ਘਰ ਦੀ ਮਰਿਆਦਾ ਹੈ ਉਸ ਨੂੰ ਮੰਨਦਾ ਹੋਵੇ, ਉਸ ਦੇ ਉੱਤੇ ਪਹਿਰਾ ਦੇਣ ਵਾਲਾ ਹੋਵੇ। ਅਰਦਾਸ ਕੋਈ ਵੀ ਸੰਗਤ ਦੇ ਵਿੱਚੋਂ ਵੀ ਕਰ ਸਕਦਾ ਹੈ, ਪਰ ਜਦੋਂ ਅਰਦਾਸ ਕਰਨੀ ਹੈ ਅਸੀਂ ਸਮੂਹਿਕ ਰੂਪ ਦੇ ਵਿੱਚ ਅਰਦਾਸ ਕਰਨੀ ਹੈ ਅਤੇ ਉਸ ਵੇਲੇ ਅਸੀਂ ਪੰਜਾਂ ਪਿਆਰਿਆਂ ਨੂੰ ਵੀ ਯਾਦ ਕਰਨਾ ਹੈ, ਚਾਰ ਸਾਹਿਬਜ਼ਾਦਿਆਂ ਨੂੰ ਵੀ ਯਾਦ ਕਰਨਾ ਹੈ,
40 ਮੁਕਤਿਆਂ ਨੂੰ ਵੀ ਯਾਦ ਕਰਨਾ ਹੈ। ਉਹਨਾਂ ਸਿੰਘਾਂ ਸ਼ਹੀਦਾਂ ਸਿੰਘ ਸਿੰਘਣੀਆਂ ਭੁਝੰਗੀਆਂ ਨੂੰ ਵੀ ਯਾਦ ਕਰਨਾ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ। ਅਤੇ ਗੁਰਦੁਆਰਿਆਂ ਨੂੰ ਵੀ ਯਾਦ ਕਰਨਾ ਹੈ, ਆਪਣੇ ਤਖ਼ਤਾਂ ਨੂੰ ਵੀ ਯਾਦ ਕਰਨਾ ਹੈ। ਖਾਲਸੇ ਦੇ ਵਾਸਤੇ ਅਸੀਂ ਵਾਹਿਗੁਰੂ ਦਾਨ ਵੀ ਮੰਗਣਾ ਹੈ। ਖਾਲਸੇ ਦੇ ਵਾਸਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਪ੍ਰਮਾਤਮਾ ਦੀ ਰਾਖੀ ਵੀ ਮੰਗਣੀ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਵੀ ਮੰਗਣਾ ਹੈ, ਨਾਮ ਦਾਨ ਵੀ ਮੰਗਣਾ ਹੈ। ਅਤੇ ਜੇ ਕੋਈ ਕਹੇ ਕਿ ਮੈਂ ਕੇਸ ਕਟਾਏ ਹੋਏ ਹਨ ਅਤੇ ਤਾਂ ਵੀ ਮੈਂ ਅਰਦਾਸ ਸੰਗਤੀ ਰੂਪ ਦੇ ਵਿੱਚ ਕਰਾਂਗਾ, ਅਤੇ ਫਿਰ ਉਹ ਕਿਸ ਤਰੀਕੇ ਦੇ ਨਾਲ ਅਰਦਾਸ ਕਰ ਸਕਦਾ ਹੈ? ਜਿਹੜਾ ਕੇਸ 'ਤੇ ਮੰਗ ਰਿਹਾ ਹੈ, ਜਿਹੜੇ ਕੇਸ ਪਰਮਾਤਮਾ ਨੇ ਦਿੱਤੇ ਹਨ ਉਹਨਾਂ ਨੂੰ ਨਾਈ ਦੇ ਕੋਲ ਛੱਡ ਕੇ ਆਉਂਦਾ ਹੈ, ਉਹ ਬੰਦਾ ਕਿਵੇਂ ਸੰਗਤੀ ਰੂਪ ਦੇ ਵਿੱਚ ਅਰਦਾਸ ਕਰ ਸਕਦਾ ਹੈ? ਆਪਣੇ ਤੌਰ 'ਤੇ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਹੈ ਉਹ ਅਰਦਾਸ ਕਰ ਸਕਦਾ ਹੈ, ਪਰ ਸੰਗਤੀ ਰੂਪ ਦੇ ਵਿੱਚ ਜਿਹੜੀ ਅਰਦਾਸ ਕਰਨੀ ਹੈ ਉਹ ਜਿਹੜੀ ਪੰਥਕ ਮਰਿਆਦਾ ਹੈ ਉਸ ਦੇ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਅਤੇ ਅਰਦਾਸ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਅਰਦਾਸ ਕਰਨ ਲੱਗਿਆਂ ਸਾਨੂੰ ਸ਼ਬਦ ਗੁਰੂ ਦੇ ਸਨਮੁਖ ਹੋ ਕੇ ਅਰਦਾਸ ਕਰਨੀ ਹੈ। ਭਾਵ ਸਾਡਾ ਮੂੰਹ ਜਿਹੜਾ ਹੈ ਉਹ ਗੁਰੂ ਵੱਲੋਂ ਹੋਵੇ। ਅਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਫਿਰ ਅਸੀਂ ਕਿਸੇ ਵੀ ਪਾਸੇ ਨੂੰ ਮੂੰਹ ਕਰਕੇ ਅਰਦਾਸ ਕਰ ਸਕਦੇ ਹਾਂ। ਅਰਦਾਸ ਵੇਲੇ ਅਰਦਾਸੀਆ ਜਿਹੜਾ ਹੈ ਉਸ ਦਾ ਮੂੰਹ ਗੁਰੂ ਵਾਲੇ ਪਾਸੇ ਨੂੰ ਹੁੰਦਾ ਹੈ ਅਤੇ ਬਾਕੀ ਸੰਗਤ ਅਰਦਾਸੀਏ ਦੇ ਪਿੱਛੇ ਖੜ੍ਹੀ ਹੁੰਦੀ ਹੈ, ਉਹਨਾਂ ਦਾ ਵੀ ਮੂੰਹ ਜਿਹੜਾ ਹੈ ਉਹ ਗੁਰੂ ਵਾਲੇ ਪਾਸੇ ਨੂੰ ਹੁੰਦਾ ਹੈ। ਜਾਂ ਫਿਰ ਜਿੱਥੇ ਵੀ ਅਰਦਾਸ ਹੋ ਰਹੀ ਹੋਵੇ, ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਤਾਂ ਫਿਰ ਜਿਸ ਪਾਸੇ ਨੂੰ ਵੀ ਮੂੰਹ ਕਰਕੇ ਅਰਦਾਸ ਕਰਨੀ ਹੈ ਉਹ ਆਪਾਂ ਕਰ ਸਕਦੇ ਹਾਂ। ਅਰਦਾਸ ਕਰਨ ਵੇਲੇ ਕਿਸੇ ਵੀ ਦਿਸ਼ਾ ਦਾ ਜਿਹੜਾ ਹੈ ਉਹ ਵਹਿਮ ਨਹੀਂ ਕਰਨਾ। ਭਾਵੇਂ ਅਸੀਂ ਬਹੁਤ ਸਾਰੇ ਵਹਿਮਾਂ ਦੇ ਵਿੱਚ ਅੱਜ ਪਏ ਹੋਏ ਹਾਂ, ਸਾਡੇ ਮਕਾਨ ਵੀ ਬਣਦੇ ਹਨ ਅਤੇ ਉਹ ਵੀ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਦੇ ਹਾਂ ਅਤੇ ਜਾ ਕੇ ਪੁੱਛਦੇ ਪੰਡਤਾਂ ਦੇ ਕੋਲੋਂ ਆ ਕਿ ਵਸਤੂ ਸ਼ਾਸਤਰ ਦੇ ਅਨੁਸਾਰ ਸਾਡਾ ਘਰ ਜਿਹੜਾ ਉਹਦਾ ਮੂੰਹ ਕਿਸ ਪਾਸੇ ਨੂੰ ਹੋਵੇ। ਇੱਕ ਨਹੀਂ ਬਹੁਤੇ ਘਰਾਂ ਦੇ ਵਿੱਚ, ਕਿਉਂਕਿ ਸਾਡਾ ਕੰਮ ਹੀ ਹੈ ਕਿ ਘਰ ਘਰ ਦੇ ਅੰਦਰ ਜਾਣਾ। ਪਰਮਾਤਮਾ ਨੇ ਸਾਨੂੰ ਰਸਤਾ ਹੀ ਇਹ ਦਿੱਤਾ ਹੈ ਪਰਿਵਾਰ ਪਾਲਣ ਦਾ, ਅਤੇ ਪਰ ਅਸੀਂ ਕਰਦੇ ਕੀ ਹਾਂ? ਮੰਨਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਆ, ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਨਾ ਹੈ, ਪਰ ਦਰਵਾਜ਼ਾ ਅਸੀਂ ਪੰਡਤ ਨੂੰ ਪੁੱਛ ਕੇ ਰੱਖਣਾ ਹੈ ਕਿ ਸਾਡੇ ਘਰ ਦਾ ਮੂੰਹ ਕਿਸ ਪਾਸੇ ਨੂੰ ਹੋਵੇ। ਕਿਉਂਕਿ ਅਸੀਂ ਵਿਸ਼ਵਾਸ ਨਹੀਂ ਕਰਦੇ। ਸਾਨੂੰ ਗੁਰੂ ਦੇ ਉੱਤੇ ਵੀ, ਅਕਾਲ ਪੁਰਖ ਪਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਹੈ। ਦਰਵਾਜ਼ੇ ਦਾ ਮੂੰਹ ਘੁਮਾਉਣ ਦੇ ਉੱਤੇ ਵਿਸ਼ਵਾਸ ਹੈ ਕਿ ਜੇ ਦਰਵਾਜ਼ਾ ਇਸ ਪਾਸੇ ਨੂੰ ਚੰਗਾ ਨਹੀਂ ਅਤੇ ਉਹਦਾ ਮੂੰਹ ਇਸ ਪਾਸੇ ਨੂੰ ਕੱਢ ਦਿਓ ਜਾਂ ਇਸ ਪਾਸੇ ਨੂੰ ਕੱਢ ਦਿਓ ਅਤੇ ਤਾਂ ਸਾਡਾ ਘਰ ਸੁਖੀ ਵਸੇਗਾ। ਇਹ ਘਰ ਦੇ ਅੰਦਰ ਜਾਣ ਦਾ ਮੌਕਾ ਮਿਲਿਆ, ਉਹਨਾਂ ਨੇ ਘਰ ਦੇ ਅੰਦਰ ਕਿਸੇ ਵੀ ਕਮਰੇ ਦੇ ਵਿੱਚ ਬਾਥਰੂਮ ਨਹੀਂ ਬਣਾਇਆ ਜੀ, ਕਿ ਸਾਨੂੰ ਪੰਡਿਤ ਨੇ ਕਿਹਾ ਜੇ ਤੁਸੀਂ ਘਰ ਦੇ ਅੰਦਰ ਬਾਥਰੂਮ ਬਣਾਓਗੇ ਕਮਰਿਆਂ ਦੇ ਅੰਦਰ ਅਤੇ ਤੁਹਾਨੂੰ ਸੁੱਖ ਨਹੀਂ ਮਿਲਣਾ। ਐਡੇ ਐਡੇ ਵਹਿਮ ਅਸੀਂ ਪਾਲੀ ਬੈਠੇ ਹਾਂ। ਪਰ ਅਰਦਾਸ ਦੇ ਅੰਦਰ ਜਦੋਂ ਅਸੀਂ ਸਾਰਾ ਕੁਝ ਗੁਰੂ ਦੇ ਅੱਗੇ ਹੀ ਭੇਟਾ ਕਰ ਦੇਣਾ ਹੈ, ਗੁਰੂ ਨੂੰ ਹੀ ਸਭ ਕੁਝ ਆਪਣਾ ਸਿਰਮੌਰ ਮੰਨਣਾ ਹੈ, ਫਿਰ ਸਾਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਵੀ ਬਾਹਰ ਨਿਕਲਣਾ ਪਵੇਗਾ। ਜਿੰਨਾ ਚਿਰ ਸਾਡੇ ਮਨ ਦੇ ਅੰਦਰ ਸ਼ੰਕਾ ਹੈ ਓਨਾ ਚਿਰ ਸਾਡਾ ਕਾਰਜ ਸਫਲ ਨਹੀਂ ਹੋ ਸਕਦਾ, ਕਿਉਂਕਿ ਸਾਡਾ ਮਨ ਹੀ ਨਹੀਂ ਟਿਕਿਆ। ਸਾਡੇ ਮਨ ਦੇ ਅੰਦਰ ਹੀ ਦੁਚਿਤਾਪਨ ਹੈ ਕਿ ਚਲੋ ਅਰਦਾਸ ਗੁਰੂ ਅੱਗੇ ਕਰ ਦਿੰਦੇ ਹਾਂ, ਜੇ ਗੁਰੂ ਨੇ ਸੁਣ ਲਈ ਤਾਂ ਠੀਕ ਹੈ, ਤਾਂ ਅਸੀਂ ਪੰਡਤ ਕੋਲੋਂ ਜਾ ਕੇ ਆਹ ਕਾਰਜ ਕਰਵਾ ਲਵਾਂਗੇ ਜਾਂ ਦੂਸਰੇ ਬੰਦੇ ਦੇ ਕੋਲੋਂ ਜਾ ਕੇ ਇਹ ਕਾਰਜ ਕਰਵਾ ਲਵਾਂਗੇ। ਅਰਦਾਸ ਦੇ ਅੰਦਰ ਭਰੋਸਾ ਜ਼ਰੂਰੀ ਹੈ, ਧਿਆਨ ਜ਼ਰੂਰੀ ਹੈ, ਸਾਡੀ ਸਾਵਧਾਨਤਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਸਾਵਧਾਨ ਹੋ ਕੇ ਅਰਦਾਸ ਨਹੀਂ ਕਰਾਂਗੇ ਓਨਾ ਚਿਰ ਜਿਹੜਾ ਹੈ ਸਾਡਾ ਕਾਰਜ ਜਿਹੜਾ ਹੈ ਉਹ ਸਫਲਿਆ ਨਹੀਂ ਹੋ ਸਕਦਾ। ਕਿਉਂਕਿ ਅਸੀਂ ਜਦੋਂ ਕਾਰਜ ਦੇ ਵਾਸਤੇ ਅਰਦਾਸ ਕਰਨੀ ਹੈ ਅਤੇ ਅਸੀਂ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹਾਂ, ਸਾਡਾ ਧਿਆਨ ਹੀ ਦੁਵਿਧਾ ਦੇ ਵਿੱਚ ਹੈ, ਚਿੱਤ ਸਾਡਾ ਡੋਲ ਰਿਹਾ ਹੈ,
ਤੇ ਫਿਰ ਕਿਵੇਂ ਸਾਡਾ ਕਾਰਜ ਪੂਰਾ ਹੋਵੇਗਾ। ਇਸ ਲਈ ਅਰਦਾਸ ਨੂੰ ਜਦੋਂ ਵੀ ਕਰਨਾ ਹੈ, ਇਹ ਮਨ ਦੀ ਇਕਾਗਰਤਾ ਦੀ ਅਰਦਾਸ ਹੈ। ਜਿਹੜੀ ਅਸੀਂ ਸਮੂਹਿਕ ਅਰਦਾਸ ਕਰਦੇ ਹਾਂ, ਇਸ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਬਦਲਾਵ ਹੀ ਨਹੀਂ ਕਰ ਸਕਦੇ ਕਿ 10 ਗੁਰੂ ਸਾਹਿਬਾਨਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਬਾਅਦ ਆਪਣੇ ਕੋਲੋਂ ਲਾ ਲਈਏ, ਜਿਵੇਂ ਨਾਮਧਾਰੀਏ ਜੋੜਦੇ ਹਨ, ਉਹ 14ਵੇਂ ਗੁਰੂ ਤੱਕ ਪਹੁੰਚ ਗਏ ਹਨ ਕਿ ਸਾਡੇ ਇਹਨਾਂ ਗੁਰੂਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਕਾਰਜ ਵੀ ਅਸੀਂ ਨਹੀਂ ਕਰਨਾ। ਆਪਣੇ ਕੋਲੋਂ ਅਸੀਂ ਜਿਹੜੀ ਅਰਦਾਸ ਦੀ ਬਣਤਰ ਹੈ, ਉਸ ਦੇ ਅੰਦਰ ਕੋਈ ਵੀ ਮੱਧ ਨਾ ਜੋੜ ਸਕਦੇ ਹਾਂ ਅਤੇ ਨਾ ਉਸ ਦੇ ਵਿੱਚੋਂ ਤੋੜ ਸਕਦੇ ਹਾਂ। ਸਮੇਂ ਦੇ ਅਨੁਸਾਰ ਅਰਦਾਸ ਜਿਹੜੀ ਹੈ ਉਹ ਛੋਟੀ ਅਤੇ ਵੱਡੀ ਹੋ ਸਕਦੀ ਹੈ। ਜਿਵੇਂ ਦਰਬਾਰ ਦੇ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਹਾਂ, ਹੁਣ ਵੀ ਕਰਾਂਗੇ, ਉਸ ਵੇਲੇ ਅਰਦਾਸ ਪੂਰੀ ਹੁੰਦੀ ਹੈ। ਜਦੋਂ ਰਾਤ ਨੂੰ ਸੁਖਾਸਨ ਸਾਹਿਬ ਹੁੰਦਾ ਹੈ, ਉਸ ਵੇਲੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੱਕ ਅਰਦਾਸ ਕਰਕੇ ਉਸ ਤੋਂ ਬਾਅਦ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਦੇ ਰੂਪ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ। ਹੋਰ ਬਹੁਤੇ ਥਾਂ ਕਾਰਜ ਹਨ ਜਿਸ ਵੇਲੇ ਛੋਟੀ ਅਰਦਾਸ ਵੀ ਹੁੰਦੀ ਹੈ ਜਾਂ ਵੱਡੀ ਅਰਦਾਸ ਵੀ ਹੁੰਦੀ ਹੈ। ਛੋਟੀ ਤੋਂ ਛੋਟੀ ਅਰਦਾਸ ਜਿਹੜੀ ਅਸੀਂ ਸੰਗਤ ਦੇ ਵਿੱਚ ਕਰਨੀ ਹੈ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋਂ ਬਾਅਦ ਹੇ ਨਿਮਾਣਿਆਂ ਦੇ ਮਾਣ ਤੱਕ ਸ਼ੁਰੂ ਕਰ ਸਕਦੇ ਹਾਂ। ਅਤੇ ਵੱਡੀ ਜਿਹੜੀ ਅਰਦਾਸ ਹੈ, ਉਹ ਅਸੀਂ ਜਿਸ ਦੀ ਆਪਾਂ ਰਲ ਮਿਲ ਕਰਕੇ ਵਿਚਾਰ ਕਰ ਰਹੇ ਹਾਂ, ਉਹ ਕਰਨੀ ਹੈ। ਆਪਣੇ ਨਿੱਜੀ ਤੌਰ 'ਤੇ ਜਿਹੜੀ ਅਸੀਂ ਅਰਦਾਸ ਕਰਨੀ ਹੈ, ਜਿਹੜੀ ਨਿਤਨੇਮ ਤੋਂ ਬਾਅਦ ਕਰਨੀ ਹੈ ਅਰਦਾਸ, ਚਾਹੇ ਸਵੇਰ ਦਾ ਜਾਂ ਸ਼ਾਮ ਦਾ, ਉਹ ਅਸੀਂ ਅਰਦਾਸ ਇਹੋ ਹੀ ਕਰਨੀ ਹੈ ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ। ਪਰ ਹਾਂ, ਜੇ ਅਸੀਂ ਘਰੋਂ ਤੁਰਨ ਲੱਗੇ ਹਾਂ, ਕਿਤੇ ਜਾਣਾ ਹੈ, ਅਤੇ ਗੱਡੀ ਦੇ ਵਿੱਚ ਬੈਠਣ ਲੱਗੇ ਹਾਂ, ਇਹ ਅਰਦਾਸ ਕਰ ਸਕਦੇ ਹਾਂ, ਸੱਚੇ ਪਾਤਸ਼ਾਹ ਹੇ ਅਕਾਲ ਪੁਰਖ ਪਰਮਾਤਮਾ ਜੀ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਕਿਰਪਾ ਕਰਨੀ, ਸਾਡੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਇਹ ਅਰਦਾਸ ਸਾਡੀ ਨਿੱਜੀ ਹੈ, ਜਿਹੜੀ ਅਸੀਂ ਕਿਸੇ ਵੀ ਕਾਰਜ ਵੇਲੇ ਕਰਨੀ ਹੈ। ਜਾਂ ਜਦੋਂ ਪ੍ਰਸ਼ਾਦਾ ਛਕਣਾ ਹੈ, ਉਸ ਵੇਲੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਉਹ ਅਸੀਂ ਕੋਈ ਵੀ ਗੁਰਬਾਣੀ ਦਾ ਸ਼ਬਦ ਬੋਲ ਲਈਏ ਜਾਂ ਗੁਰਬਾਣੀ ਦੀਆਂ ਤੁਕਾਂ ਬੋਲ ਲਈਏ, ਜਾਂ ਕੇਵਲ ਇਹ ਕਹਿ ਦਈਏ ਕਿ ਅਕਾਲ ਪੁਰਖ ਪਰਮਾਤਮਾ ਜੀ, ਆਪ ਦਾ ਕੋਟਾਨ ਕੋਟ ਸ਼ੁਕਰਾਨਾ, ਤੁਸੀਂ ਸਾਨੂੰ ਇਸ ਵੇਲੇ ਦਾ ਭੋਜਨ ਦਿੱਤਾ ਹੈ, ਲੰਗਰ ਦਿੱਤਾ ਹੈ, ਆਪ ਜੀ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਭੋਜਨ ਪਦਾਰਥ ਛਕਣ ਲੱਗਿਆਂ ਸਾਡੇ ਉੱਤੇ ਕਿਰਪਾ ਕਰਨੀ। ਇਹ ਛੋਟੀਆਂ ਅਰਦਾਸਾਂ ਅਸੀਂ ਆਪਣੇ ਨਿੱਜ ਤੌਰ 'ਤੇ ਕਰ ਸਕਦੇ ਹਾਂ, ਪਰ ਜਿਹੜੀ ਸਮੂਹਿਕ ਰੂਪ ਦੇ ਵਿੱਚ ਅਰਦਾਸ ਹੈ, ਸੰਗਤੀ ਰੂਪ ਦੇ ਵਿੱਚ ਅਰਦਾਸ ਹੈ, ਉਹ ਸਾਡੀ ਅਰਦਾਸ ਇਹੋ ਹੈ। ਇਸ ਦੇ ਵਿੱਚ ਅਸੀਂ ਕੋਈ ਬਦਲਾਅ ਨਹੀਂ ਕਰ ਸਕਦੇ। ਬਹੁਤੀ ਵਾਰ ਤੁਸੀਂ ਕੋਈ ਨਵਾਂ ਪੁਰਾਣੀ ਅਰਦਾਸ ਕਰਦਾ ਹੈ ਅਤੇ ਉਹ ਸਮੂਹ ਸਾਹਿਬਜ਼ਾਦਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਹਿੰਦਾ ਹੈ। ਅਤੇ ਜੇ ਅਸੀਂ ਸਮੂਹ ਸਾਹਿਬਜ਼ਾਦਿਆਂ ਦਾ ਬੋਲਾਂਗੇ ਅਤੇ ਫਿਰ ਉਹਨਾਂ ਦੇ ਵਿੱਚ ਧੀਰ ਮੱਲ ਵੀ ਆਵੇਗਾ, ਰਾਮ ਰਾਏ ਵੀ ਆਵੇਗਾ, ਬਾਬਾ ਦਾਤੂ ਵੀ ਆਵੇਗਾ ਜਿਹਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਮਾਰੀ ਸੀ, ਹੋਰ ਵੀ ਆਉਣਗੇ, ਪਰ ਉਹਨਾਂ ਦਾ ਅਸੀਂ ਧਿਆਨ ਨਹੀਂ ਧਰਦੇ। ਧਿਆਨ ਅਰਦਾਸ ਦੇ ਵਿੱਚ ਕੇਵਲ 4 ਸਾਹਿਬਜ਼ਾਦਿਆਂ ਦਾ ਧਰਿਆ ਜਾਂਦਾ ਹੈ, ਜਿਨ੍ਹਾਂ ਨੇ ਕੌਮ ਦੇ ਵਾਸਤੇ, ਧਰਮ ਦੇ ਵਾਸਤੇ ਸ਼ਹਾਦਤ ਦਿੱਤੀ ਹੈ, ਜਿਨ੍ਹਾਂ ਨੇ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ, ਪੁੱਤਰੀ ਕੌਲ ਨਾ ਪਾਲਿਓ, ਜਿਨ੍ਹਾਂ ਨੇ ਗੁਰੂ ਦਾ ਬਚਨ ਹੀ ਨਹੀਂ ਮੰਨਿਆ, ਉਹਨਾਂ ਦਾ ਧਿਆਨ ਅਸੀਂ ਕਿਵੇਂ ਧਰ ਸਕਦੇ ਹਾਂ। ਜਾਂ ਜਿਹੜਾ ਰਾਮ ਰਾਏ ਜਿਹਨੇ ਗੁਰੂ ਦੀ ਬਾਣੀ ਬਦਲਤੀ, ਜਾਂ ਜਿਹੜਾ ਧੀਰਮਲ ਜਿਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਤੇ ਗੋਲੀ ਚਲਵਾ ਦਿੱਤੀ, ਅਸੀਂ ਉਸ ਦਾ ਧਿਆਨ ਧਰ ਕੇ ਕਿਵੇਂ ਵਾਹਿਗੁਰੂ ਬੋਲ ਸਕਦੇ ਹਾਂ। ਬਹੁਤੇ ਵਡਭਾਗ ਸਿੰਘ ਦਾ ਵਾਹਿਗੁਰੂ ਨਾਮ ਲੈ ਕੇ ਕਹਿੰਦੇ ਹਨ ਕਿ ਬਾਬੇ ਵਡਭਾਗ ਸਿੰਘ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਵੀ ਧੀਰਮਲ ਦੀ ਔਲਾਦ ਦੇ ਵਿੱਚੋਂ ਹੈ। ਇਹਨੇ ਵੀ ਗੁਰੂ ਸਾਹਿਬ ਨੂੰ ਪਿੱਠ ਦਿਖਾਈ ਹੈ, ਜੰਗ ਦੇ ਮੈਦਾਨ ਦੇ ਵਿੱਚੋਂ ਭੱਜ ਗਿਆ ਸੀ ਅਤੇ ਗੁਰੂ ਆਸ਼ੇ ਤੋਂ ਉਲਟ ਲੋਕਾਂ ਨੂੰ ਭੂਤਾਂ ਪ੍ਰੇਤਾਂ ਦੇ ਨਾਲ ਜੋੜਿਆ। ਇਸ ਦਾ ਵੀ ਧਿਆਨ ਧਰ ਕੇ ਵਾਹਿਗੁਰੂ ਨਹੀਂ ਬੋਲਣਾ। ਵਾਹਿਗੁਰੂ ਅਰਦਾਸ ਦੇ ਵਿੱਚ ਜਿਹੜੇ ਮੱਧ ਲਿਖੇ ਗਏ ਹਨ, ਉਹਨਾਂ ਨੂੰ ਦੇਖ ਕੇ ਬੋਲਣਾ ਹੈ ਅਤੇ ਅਸੀਂ ਉਸ ਦੇ ਅਨੁਸਾਰ ਸਿੱਖ ਰਹਿਤ ਮਰਿਆਦਾ ਦੇ ਨਾਲ ਵੀ ਚੱਲਾਂਗੇ, ਪੰਥ ਦੇ ਨਾਲ ਵੀ ਜੁੜ ਕੇ ਚੱਲਾਂਗੇ, ਧਿਆਨ ਧਰ ਕੇ ਅਰਦਾਸ ਕਰਾਂਗੇ ਅਤੇ ਸਾਡੀਆਂ ਕਾਮਨਾਵਾਂ, ਸਾਡੇ ਮਨੋਰਥ ਵੀ ਪੂਰੇ ਹੋਣਗੇ। ਗੁਰੂ ਪਾਤਸ਼ਾਹ ਜੀ ਦੀਆਂ ਅਸੀਸਾਂ ਰਹਿਮਤਾਂ ਵੀ ਸਾਨੂੰ
ਪ੍ਰਾਪਤ ਹੋਣਗੀਆਂ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਕੱਲ੍ਹ ਦਾ ਜੋ ਵਿਸ਼ਾ ਹੈ ਗੁਰੂ ਕਿਰਪਾ ਕਰੇ ਰਲ ਮਿਲ ਕਰਕੇ ਹੇ ਨਿਮਾਣਿਆਂ ਦੇ ਮਾਣ, ਜੋ ਅਸੀਂ ਅਰਦਾਸ ਦੇ ਵਿੱਚ ਬੋਲਦੇ ਹਾਂ ਜਾਂ ਜਿਸ ਕਾਰਜ ਵਾਸਤੇ ਅਰਦਾਸ ਕਰਦੇ ਹਾਂ ਉਹ ਕਿਵੇਂ ਕਰਨੀ ਹੈ, ਉਹ ਰਲ ਮਿਲ ਕਰਕੇ ਵਿਚਾਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।